बहादुर के चलत भयो जगत को शोक। ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਧੌਲਾ ਨੇੜੇ ਖੁੱਡੀ ਖੁਰਦ ਜ਼ਿਲ੍ਹਾ ਬਰਨਾਲਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸਮਾਗਮ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਪ੍ਰਧਾਨ ਸਰਦਾਰ ਸਵਰਨ ਸਿੰਘ ਧੌਲਾ ਅਤੇ ਮੈਨੇਜਰ ਸਰਦਾਰ ਗੁਰਜਾਤ ਸਿੰਘ ਕਾਲੇ ਦੀ ਦੇਖਰੇਖ ਹੇਠ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਜੈ 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 ਸੂਰ ਲੋਕ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ शोक। तेग बहादुर के चलत भयो जगत को शोक। दलीस सिर प्रभ पुर किया प्यार। ठीकर पुर दलीस सिर प्रभ पुर किया प्यार। तेग बहादुर सी ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਪ੍ਰਸਿੱਧ ਕਥਾਵਾਚਕ ਭਾਈ ਜਸਪਾਲ ਸਿੰਘ ਪਵਾਤ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ। ऐसो
ਗੁਰੂ ਸੰਗਤ ਜੀ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਤ ਸੰਗਤ ਗੋਬਿੰਦ ਰਾਏ ਜੀ ਦੇ ਕਹਿਣ ਤੇ ਆਨੰਦਪੁਰ ਸਾਹਿਬ ਤੋਂ ਮਹਾਰਾਜ ਜੀ ਚੱਲੇ ਆ। ਮੈਂ ਸੰਖੇਪ ਬੇਨਤੀ ਕਰਨੀ ਆ, ਕੋਈ ਗੂੜਤਾ 'ਚ ਨਹੀਂ ਜਾਣਾ, ਕਿਉਂਕਿ ਸਾਰਾ ਇਤਿਹਾਸ ਤੁਸੀਂ ਗੁਰਮੁਖ ਪਿਆਰਿਓ ਕਥਾ 'ਚ ਆ 2-3 ਦਿਨ ਪਿਛਲੇ ਦਿਨਾਂ 'ਚ ਸੁਣਦੇ ਰਹੇ ਹੋ। ਗੁਰੂ ਮਹਾਰਾਜ ਆਗਰੇ ਗੁਰੂ ਕੇ ਤਾਲ ਪਹੁੰਚੇ ਆ, ਉੱਥੇ ਮਹਾਰਾਜ ਦੀ ਗ੍ਰਿਫਤਾਰੀ ਹੁੰਦੀ ਆ। ਸਤਿਗੁਰੂ ਜੀ ਦਿੱਲੀ ਜਾਂਦੇ ਆ। ਔਰੰਗਜ਼ੇਬ ਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਆਖਦਾ ਹੈ, ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਮਹਾਰਾਜ ਕਹਿੰਦੇ, ਪਰ ਤੈਨੂੰ ਕੋਈ ਹੱਕ ਨਹੀਂ ਔਰੰਗਜ਼ੇਬ, ਤੂੰ ਕਿਸੇ ਦੇ ਧਰਮ ਨੂੰ ਪਲੀਤ ਕਰੇ, ਖਤਮ ਕਰਨਾ ਚਾਹੇ। ਇਹ ਕੋਈ ਧਰਮ ਵਾਲੀ ਗੱਲ ਥੋੜੀ ਹੈ। ਬੜਾ ਸਮਝਾਉਣ ਦੇ ਬਾਵਜੂਦ ਹੋਰ ਬੜੇ ਕਾਰਨ ਬਣੇ, ਜਿਵੇਂ ਕਿ ਸਤਿਗੁਰੂ ਜੀ ਨੂੰ ਆਖਣ ਲੱਗਿਆ ਔਰੰਗਜ਼ੇਬ, ਗੁਰੂ ਮਹਾਰਾਜ ਆਪ ਜੀ ਗੁਰੂ ਨਾਨਕ ਦੇ ਵਾਰਸ ਹੋ, ਗੁਰਤਾ ਗੱਦੀ ਤੇ ਹੋ, ਤੁਸੀਂ ਕੋਈ ਕਰਾਮਾਤ ਦਿਖਾਓ। ਸਤਿਗੁਰੂ ਜੀ ਕਹਿੰਦੇ, ਔਰੰਗਜ਼ੇਬ ਧਿਆਨ ਦੇਣਾ ਗੁਰੂ ਕੀ ਸੰਗਤ ਜੀ, ਕਰਾਮਾਤ ਕਹਿੰਦੇ ਜੀ, ਪਹਿਲੇ ਜਨਮ ਚ ਪਾਤਸ਼ਾਹ ਮਹਾਰਾਜ ਨੇ ਜਨੇਊ ਨਹੀਂ ਪਾਇਆ, ਉਹ ਹਿੰਦੂ ਨਹੀਂ ਬਣੇ, ਤੁਸੀਂ ਕਿਉਂ ਆਏ ਹੋ, ਕਿਉਂ ਇਹਨਾਂ ਦੇ ਆਖੇ ਲੱਗੇ। ਗੁਰੂ ਮਹਾਰਾਜ ਨੂੰ ਇਹ ਵੀ ਆਖਿਆ, ਗੁਰੂ ਮਹਾਰਾਜ ਗੁਰੂ ਔਰੰਗਜ਼ੇਬ ਨੇ ਸਤਿਕਾਰ ਕੀਤਾ ਜੀ, ਜਾਂਦੀ ਸਰ ਧਿਆਨ ਚ ਰੱਖਣਾ। ਉਹਦੇ ਬਾਅਦ ਵਿੱਚ ਪਾਤਸ਼ਾਹ ਨੇ ਆਖਿਆ, ਔਰੰਗਜ਼ੇਬ ਅਸੀਂ ਤੇਰਾ ਧਰਮ ਤੈਨੂੰ ਕਬੂਲ ਆ, ਹਿੰਦੂ ਧਰਮ ਰਹੇਗਾ, ਅਸੀਂ ਤੇ ਖਾਲਸਾ ਪੰਥ ਵੀ ਸਜਾਉਣਾ ਚਾਹੁੰਦੇ ਹਾਂ। ਇਹ ਗੱਲ ਔਰੰਗਜ਼ੇਬ ਦੇ ਹਜਮ ਨਹੀਂ ਹੋਈ ਸੰਗਤ ਜੀ। ਔਰ ਉਹਨੇ ਆਖਿਆ ਕਰਾਮਾਤ ਦਿਖਾਓ। ਕਾਜ਼ੀਆਂ ਨੇ ਵੀ ਚੁੱਕਿਆ ਔਰੰਗਜ਼ੇਬ ਨੂੰ, ਕਹਿੰਦੇ ਜੀ ਜੇ ਅੱਜ ਇਹ ਇੱਥੇ ਆਏ ਨੇ ਹਿੰਦੂਆਂ ਦੇ ਭਾਈਵਾਲ ਬਣ ਕੇ, ਪਰ ਜੇ ਇਸ ਤਰ੍ਹਾਂ ਇਹਨਾਂ ਦਾ ਸਮਝੌਤਾ ਤੁਸੀਂ ਕਰ ਲਿਆ, ਕੋਈ ਗੱਲ ਹੋ ਗਈ, ਤੇ ਸਾਨੂੰ ਕਿਹਨੇ ਪੁੱਛਣਾ। ਸੰਗਤ ਜੀ, ਜਿੰਨੇ ਇਹਦੇ ਵਜ਼ੀਰ ਸੀ ਸਾਰਿਆਂ ਨੇ ਔਰੰਗਜ਼ੇਬ ਨੂੰ ਗੁਰੂ ਕੀ ਸੰਗਤ ਜੀ ਚੱਕਿਆ, ਜਿਹਨੂੰ ਚੱਕ ਕਹਿੰਦੇ ਦਿੱਤੀ ਆ, ਸ਼ਹਿ ਦਿੱਤੀ ਆ।
ਔਰੰਗਜ਼ੇਬ ਨੇ ਗੁਰੂ ਕੀ ਸੰਗਤ ਜੀ ਉਦੋਂ ਮਹਾਰਾਜ ਨੂੰ ਇੱਕੋ ਗੱਲ ਤੇ ਅੜਿਆ ਰਿਹਾ, ਤੁਸੀਂ ਕਰਾਮਾਤ ਦਿਖਾਓ। ਸੁਣਿਓ, ਕਰਾਮਾਤ ਕੀ ਹੁੰਦੀ ਆ? ਕਰਾਮਾਤ ਹੁੰਦੇ ਆ ਵੀ ਜਿਵੇਂ ਕੋਈ ਕਹੇ ਵੀ ਉੜ ਕੇ ਚਲੇ ਗਿਆ, ਇਸ ਤਰ੍ਹਾਂ ਦੀਆਂ, ਹੱਥ ਤੇ ਸਰੋਂ ਜਮਾ ਦੇਣਾ, ਇਸ ਤਰ੍ਹਾਂ ਕੋਈ ਪ੍ਰਤੱਖ ਕਰਾਮਾਤ ਦਿਖਾਓ। ਕਹਿੰਦੇ ਜੀ ਬਾਬਰ ਸਮੇਂ ਚੱਕੀਆਂ ਚਲੀਆਂ। ਆਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਪਰਉਪਕਾਰ ਕੀਤੇ ਆ, ਕਰਾਮਾਤਾਂ ਹੋਈਆਂ ਨੇ, ਤੁਸੀਂ ਵੀ ਦਿਖਾਓ। ਸੁਣਿਓ ਗੁਰੂ ਕੀ ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਤੇ ਕੋਈ ਕਰਾਮਾਤ ਨਹੀਂ ਦਿਖਾਈ। ਹਾਂ, ਸਿੱਧ ਲੋਕਾਂ ਕੋਲ ਸ਼ਕਤੀਆਂ ਸੀ। ਗੁਰੂ ਕੀ ਸੰਗਤ ਜੀ, ਜਿਵੇਂ ਕਿਸੇ ਨੂੰ ਸਮਝਾਉਣਾ ਹੋਵੇ ਉਹੋ ਜਿਹਾ ਢੰਗ ਤਰੀਕਾ ਵਰਤਣਾ ਪੈਂਦਾ। ਔਰ ਯਾਦ ਰੱਖਣਾ, ਜੇ ਆਪ ਤੋਂ ਕੋਈ ਉੱਚੀ ਸੋਚ ਵਾਲਾ ਹੋਵੇ, ਮਤਲਬ ਕੋਈ MA BA ਕੀਤੀ ਆ, ਹੁਣ ਉਹਨੂੰ ਪਹਿਲੀ ਕਲਾਸ ਦਾ ਬੰਦਾ ਤਾਂ ਸਮਝਾ ਨਹੀਂ ਸਕਦਾ। ਉਹਨੂੰ ਸਮਝਾਉਣ ਲਈ ਉਹਦੇ ਬਰਾਬਰ ਦਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ। ਜੇ ਸਿੱਧ ਲੋਕ ਗੁਰੂ ਕੀ ਸੰਗਤ ਜੀ ਇੰਨੀਆਂ ਸ਼ਕਤੀਆਂ ਦੇ ਮਾਲਕ ਸੀ, ਸੱਚ ਸੀ, ਉੱਥੇ ਦੇ ਕਿਤੇ ਵੀ ਮਹਾਰਾਜ ਜਾਂਦੇ ਸੀ, ਹਰੇਕ ਕੋਲ ਕੋਈ ਨਾ ਕੋਈ, ਜਿਵੇਂ ਮਹਾਰਾਜ ਅਸਾਮ ਗਏ ਸਾਧ ਸੰਗਤ ਜੀ, ਜਾਂ ਕਾਮ ਰੂਪੀ ਦੇਸ਼ ਵਿੱਚ ਗਏ, ਉੱਥੇ ਦੀਆਂ ਔਰਤਾਂ ਜਿਹੜੀਆਂ ਸੀ ਮੋਹ ਲੈਂਦੀਆਂ ਸੀ, ਭਾਈ ਮਰਦਾਨੇ ਨੂੰ ਭੇਡੂ ਬਣਾਇਆ। ਗੁਰੂ ਕੀ ਸੰਗਤ ਜੀ, ਉੱਥੇ ਮਹਾਰਾਜ ਨੇ ਉਹਨਾਂ ਦੇ ਮੁਤਾਬਕ ਮਹਾਰਾਜ ਨੇ ਉੱਥੇ ਸ਼ਕਤੀਆਂ ਵਿਖਾਈਆਂ। ਸੋ ਸਤਨਾਮ, ਕੋਈ ਕਰਾਮਾਤ ਨਹੀਂ ਵਿਖਾਈ। ਧਿਆਨ ਚ ਰੱਖਣਾ ਇਹ। ਫਿਰ ਦੁਹਰਾਵਾਂ, ਕਿਸੇ ਬੰਦੇ ਨੂੰ ਸਮਝਾਉਣ ਦੇ ਲਈ ਉਹਦੇ ਬਰੋਬਰ ਦੀ ਪੜ੍ਹਾਈ ਜ਼ਰੂਰੀ ਹੈ, ਉਹਦੇ ਬਰੋਬਰ ਦਾ ਲੈਵਲ ਜ਼ਰੂਰੀ ਹੈ। ਉਹ ਥੱਲੜੇ ਤੋਂ ਨਹੀਂ ਸਮਝ ਸਕਦਾ। ਬਰੋਬਰ ਦੀ ਧਿਰ ਸਾਹਮਣੇ ਬੈਠੀ ਹੋਵੇ, ਐਨ ਪੜ੍ਹੀ ਲਿਖੀ, ਫਿਰ ਉਹਦੀ ਪੂਰੀ ਨਿਸ਼ਚਾ ਹੋ ਜਾਂਦੀ ਆ ਵੀ ਵਾਕਈ ਹਾਂ ਕੋਈ ਹੈ। ਸਿੱਧਾ ਨੇ ਗੋਡੇ ਟੇਕੇ ਬਾਬੇ ਨਾਨਕ ਦੇ ਅੱਗੇ, ਉਹ ਕਮਾਲ ਹੈ। ਇਹ ਬਾਲਿਆ, ਬਾਲਾ ਕਹਿੰਦੇ ਨੇ ਬੱਚੇ ਨੂੰ, ਇੰਨੀ ਕੁ ਉਮਰ ਤੂੰ ਐਡੀ ਸੋਚ ਰੱਖਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ ਗੁਰੂ ਨਾਨਕ ਦੇ ਘਰ ਚ ਕਰਾਮਾਤ ਕਹਿ ਰਿਹਾ, ਉਹ ਕਰਾਮਾਤ ਨਹੀਂ ਸੀ। ਅੱਜ ਦੇ ਸਾਡੇ ਸਿਰ ਫਿਰੇ ਪ੍ਰਚਾਰਕ, ਉਹ ਜੀ ਪਹਾੜ ਉੱਡ ਗਿਆ ਸੀ, ਉਹ ਪੱਥਰ ਰੋਕਦਾ ਜੀ, ਐਂ ਹੋ ਗਿਆ ਜੀ। ਉਹ ਗੁਰੂ ਕੇ ਪਿਆਰਿਓ, ਇਹ ਬਹਿਣਾ ਤਾਂ ਕਿਸੇ ਨਾਲ ਹੈ ਨਹੀਂ, ਇਹਨਾਂ ਨੇ ਨਾ ਗੱਲ ਕਰਨੀ ਹੈ। ਆਪਣੇ ਜੋ ਆਇਆ ਚੈਨਲ ਆਪਣੇ ਬਣਾਏ ਨੇ, ਸੰਗਤ ਤੁਸੀਂ ਦਈ ਜਾਂਦੇ ਹੋ ਪੈਸਾ, ਇਹ ਨਜ਼ਾਰੇ ਲੈਂਦੇ ਆ, ਵਧੀਆ ਗੱਡੀਆਂ, ਜੱਗ ਵਰਗੀਆਂ ਪੱਗਾਂ ਕੱਪੜੇ ਪਾ ਕੇ ਟੌਰ ਨਾਲ ਘੁੰਮਦੇ ਆ, ਸਿਕਿਉਰਟੀਆਂ ਰੱਖ ਕੇ। ਜਿਹੜਾ ਕਿਸੇ ਨੇ ਕਹਿਣਾ ਅੱਗੋਂ ਕੋਈ ਹੈਗਾ ਕੋਈ ਸਾਹਮਣੇ ਵਾਲੀ ਧਿਰ ਵੀ ਜਿਹੜਾ ਪੁੱਛ ਕੇ ਰੱਖੇ, ਨਾ ਕਿਸੇ ਨਾਲ ਬਹਿਣਾ। ਜਦੋਂ ਬਹਿਣਾ ਹਾਏ ਮਾਰ ਦੇਣੇ ਸੀ, ਹਾਏ ਐ ਕਰ ਦੇਣੇ ਸੀ, ਬਸ ਉਹੀ ਬੀਬੀਆਂ ਵਾਲੇ ਰੌਲੇ, ਬੀਬੀਆਂ ਵਾਲੀਆਂ ਆਦਤਾਂ। ਗੁਰੂ ਕੀ ਸੰਗਤ ਜੀ ਧਿਆਨ ਦੇਣਾ। ਦਾਸ ਬੇਨਤੀ ਕਰ ਰਿਹਾ, ਗੁਰੂ ਮਹਾਰਾਜ ਨੇ ਕਿਤੇ ਕਰਾਮਾਤ ਨਹੀਂ ਵਿਖਾਈ। ਔਰੰਗਜ਼ੇਬ ਗੁਰੂ ਨਾਨਕ ਦੇ ਦਰ ਚ ਕਰਾਮਾਤ ਕਹਿ ਰਿਹਾ ਹੈ। ਹਾਂ, ਪਰ ਇੱਕ ਗੱਲ ਧਿਆਨ ਚ ਰੱਖ, ਇਹ ਜਿਹੜਾ ਕੰਮ ਤੂੰ ਕਰ ਰਿਹਾ ਹੈ, ਇਹ ਕੰਮ ਤੇਰਾ ਠੀਕ ਨਹੀਂ। ਜੇ ਤੂੰ ਗੁਰੂ ਨਾਨਕ ਦੀ ਸੋਚ ਰੱਖਦਾ ਹੈ, ਗੁਰੂ ਸਾਹਿਬ ਨੇ ਹਰੇਕ ਦਾ ਭਲਾ ਕੀਤਾ। ਫਿਰ ਗੁਰੂ ਪਾਤਸ਼ਾਹ ਜੀ ਨੇ ਜਿਵੇਂ 3 ਮਿਰਚਾਂ ਲਿੱਤੀਆਂ ਸਾੜੀਆਂ, ਉਹ 3 ਨਹੀਂ ਸੜੀਆਂ। ਗੁਰੂ ਕੇ ਪਿਆਰਿਓ, ਮਹਾਰਾਜ ਨੇ ਉੱਥੇ ਉਦਾਹਰਨ ਦਿੱਤੀ, ਤੇਰਾ ਮੁਸਲਮ ਧਰਮ ਰਹੇਗਾ, ਹਿੰਦੂ ਧਰਮ ਰਹੇਗਾ, ਸਾਡਾ ਆਉਣ ਵਾਲਾ ਖਾਲਸਾ ਪੰਥ ਰਾਜ ਕਰੇਗਾ। ਅੱਗ ਭਲੂਕਾ ਹੋ ਗਿਆ। ਤਖਤ ਤੋਂ ਖੜਾ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਣ ਲੱਗਿਆ, ਮੈਂ ਤੇ ਇੱਕ ਨੂੰ ਮਸਾਂ ਸਾਂਭਲ ਰਿਹਾ, ਖਤਮ ਨਹੀਂ ਹੋ ਰਿਹਾ, ਤੁਸੀਂ ਤੀਜਾ ਖੜਾ ਕਰਨ ਚੱਲੇ ਹੋ। ਮੈਂ ਤੇ ਮਸਾਂ ਇਹਨਾਂ ਨੇ ਆਪਣੇ ਚ ਰਲਾਉਣਾ, ਤੁਸੀਂ ਹੋਰ ਖੜਾ ਕਰਨ ਲੱਗੇ ਹੋ। ਇੰਨੇ ਚ ਅੱਗ ਭਲੂਕਾ ਹੋ ਕੇ ਕਹਿੰਦਾ, ਇਸ ਕਾਫਰ ਇਹਨੂੰ ਸਜ਼ਾ ਦਿੱਤੀ ਜਾਵੇ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੈਂ ਸੰਕੋਚ ਕੇ ਬੇਨਤੀ ਕਰ ਰਿਹਾ, ਕਿਉਂਕਿ ਆਪਾਂ ਸ਼ਲੋਕਾਂ ਦੀ ਕਥਾ ਸਰਵ ਕਰਨੀ। ਗੁਰੂ ਕੀ ਸੰਗਤ ਜੀ, ਚਾਂਦਨੀ ਚੌਕ ਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਰੂੰਚ ਬੰਨ ਕੇ, ਆਰੇ ਨਾਲ ਸਿਰ ਚੀਰ ਕੇ ਤੇ ਸਾਧ ਸੰਗਤ ਦੇਗੇ ਚ ਉਬਾਲ ਕੇ ਸਿੱਖਾਂ ਨੂੰ ਮਹਾਰਾਜ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਬੜਾ ਔਖਾ ਜੀ, ਬੜਾ ਔਖਾ। ਗੁਰੂ ਕੇ ਪਿਆਰਿਓ, ਦੇਗ ਪਾਣੀ ਉਬਲਦਾ, ਕੋਲ ਖੜ ਵੀ ਨਹੀਂ ਹੁੰਦਾ, ਤੇ ਗੁਰੂ ਕਾ ਸਿੱਖ ਵਿੱਚ ਰਿੱਝ ਰਿਹਾ ਹੈ। ਕਮਾਈ ਹੈ। ਮੈਂ ਉਧਰ ਨਹੀਂ ਜਾਣਾ, ਆਪਾਂ ਪਿਛਲੇ ਦਿਨਾਂ 'ਚ ਬੜੀ ਵਿਚਾਰ ਕੀਤੀ ਹੈ। ਕਮਾਈ ਜਿਹਦੀ ਹੋਵੇ,
ਉਹ ਗੁਰੂ ਕੀ ਸੰਗਤ ਜੀ ਸਰੀਰ ਨਹੀਂ ਬੋਲਦੇ ਉੱਥੇ। ਉੱਥੇ ਕਮਾਈ ਦੁੱਖਾਂ ਵਿੱਚੋਂ ਵੀ ਸੁਖ ਰੂਪੀ ਹੋ ਕੇ ਬੋਲਦੀ ਆ। ਆਖੋ ਸਤਿਨਾਮ ਵਾਹਿਗੁਰੂ ਜੀ। ਕਮਾਈ ਬੋਲਦੀ ਆ। ਬਾਕੀ ਦੁੱਖ ਹੈ ਗੁਰੂ ਕਾ ਸਿੱਖ ਚੜ੍ਹਦੀ ਕਲਾ ਚ ਆਰੇ ਨਾ ਚੀਰਿਆ ਗਿਆ। ਕਮਾਈ ਵੇਖਣਾ 2 ਫਾੜ ਹੋ ਚੁੱਕੇ ਆ। ਦੋਨਾਂ ਫਾੜਾਂ ਚੋਂ ਆਵਾਜ਼ ਕੀ ਆਉਂਦੀ ਆ? ਜਦ ਕਿ ਜੇ ਛਾਤੀ ਤੱਕ ਚੀਰ ਲਾ ਦੋ ਬੰਦਾ ਮਰ ਜਾਂਦਾ ਹੈ, ਬੋਲ ਨਹੀਂ ਨਿਕਲ ਸਕਦਾ। ਪਰ ਗੁਰੂ ਕੇ ਸਿੱਖਾਂ ਚੋਂ ਕਮਾਈ ਬੋਲਦੀ ਆ। ਜਿਨੀ ਨਾਮ ਧਿਆਇਆ ਗਏ ਮੁਸੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਕੇ ਸਿੱਖ ਨੇ ਬਾਣੀ ਪੂਰੀ ਕੀਤੀ ਆ। ਦੋਨੇ ਫਾੜਾਂ ਚੋਂ ਬਾਣੀ ਬੋਲ ਰਿਹਾ। ਜਲਾਦ ਕੰਬ ਉੱਠੇ। ਇਹ ਕੀ ਆ? ਮਰੇ ਹੋਏ ਵਿੱਚੋਂ ਆਵਾਜ਼ ਆ ਰਹੀ ਆ। ਕਮਾਲ ਹੈ, ਕਮਾਈ ਹੈ। ਕਮਾਈ ਬੋਲਦੀ ਆ ਗੁਰੂ ਕੇ ਪਿਆਰੇ। ਸਿੱਖਾਂ ਦੀ ਕਮਾਈ ਸੀ। ਗੁਰੂ ਮਹਾਰਾਜ ਨੂੰ ਉਹ ਪਿੰਜਰ 'ਚ ਕੈਦ ਕੀਤਾ ਗਿਆ। ਮੈਂ ਫਿਰ ਦੁਹਰਾ ਦਿਆਂ, ਗੁਰੂ ਕੀ ਸੰਗਤ ਜੀ ਸਪੈਸ਼ਲ ਮਹਾਰਾਜ ਤੇ ਪਿੰਜਰਾ ਬਣਾਇਆ ਗਿਆ। ਕਿਹੜਾ ਪਿੰਜਰ ਜੀ? ਉਹ ਪਿੰਜਰੇ ਦੇ ਵਿੱਚ ਸੰਗਤ ਜੀ ਗੋਡੇ ਲਾ ਕੇ ਥੱਲੇ ਬਹਿਣਾ ਪੈਂਦਾ ਸੀ। ਗੋਡੇ ਲਾ ਕੇ ਜ਼ਾਲਮ ਨੇ ਵੀ ਸਾਰੀ ਰਾਤ ਪਿੰਜਰ 'ਚ ਰਹਿਣਗੇ ਔਰ ਆ ਸਵੇਰੇ ਮੰਨ ਹੀ ਜਾਣ। ਐਡੇ ਐਡੇ ਸੂਏ, ਸਰੀਏ ਦੇ ਸੂਏ ਐਡੇ ਐਡੇ ਉਹ ਫਿੱਟ ਕੀਤੇ ਵਿੱਚ ਵੀ ਜੇ ਉੱਪਰ ਨੂੰ ਖੜੇ ਹੋਣ ਤੇ ਪੇਠੇ ਚੁਭਣਗੇ। ਨਾ ਖੜੇ ਹੋਊਗਾ ਇਹਨਾਂ ਤੋਂ, ਨਾ ਬਹਿਣ ਜੋਗੇ ਰਹਿਣਗੇ ਵਿੱਚ। ਆਪਣੇ ਆਪ ਮੰਨ ਜਾਣਗੇ ਸਵੇਰੇ। ਸੰਗਤ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਖੜੇ ਹੁੰਦੇ ਸੀ ਨਾ, ਪਿੰਜਰੇ 'ਚ ਕੈਦ ਕੀਤਾ ਸੀ, ਗੁਰੂ ਮਹਾਰਾਜ ਦੇ ਪਿੱਠ 'ਚ ਉਹ ਸੂਏ ਜਿਹੜੇ ਲੋਹੇ ਦੇ ਲਾਏ ਸੀ ਚੁਭਦੇ ਸੀ। ਮਹਾਰਾਜ ਖੂਨ ਰਿਸਣ ਲੱਗ ਗਿਆ ਸੀ ਪਿੱਠ ਵਿੱਚੋਂ। ਜੇ ਬਹਿੰਦੇ ਸੀ ਗੋਡਿਆਂ ਭਾਰ ਮਸਾ ਬਹਿ ਹੁੰਦਾ ਸੀ ਵਿੱਚ। ਗੁਰੂ ਕਿਸ ਪਿਆਰਿਓ, ਸ਼ਹਾਦਤ ਤੇ ਅਸੀਂ ਸਾਰੇ ਕਹਿ ਦਿੰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਹੋਈ ਆ, ਹੋਈ ਆ। ਉਹ ਗੁਰੂ ਕੇ ਸਿੱਖੋ ਸ਼ਹਾਦਤਾਂ ਦੇਣੀਆਂ ਸੌਖੀਆਂ ਨਹੀਂ। ਆਖੋ ਸਾਧਨਾ ਵਾਹਿਗੁਰੂ ਜੀ। ਰੇ ਕਹਿੰਦਾ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਬੈਠਾ। ਉਹ ਬੈਠਾ ਕਿਵੇਂ? ਉਹਨੂੰ ਪੁੱਛ ਕੇ ਵੇਖੋ। ਭਾਈ ਤਾਰਾ ਬੈਠਾ। ਸੰਗਤ ਜੀ ਬੈਠੇ ਕਿਵੇਂ ਆ? ਪੁੱਛ ਕੇ ਦੇਖਿਓ ਕੀ ਹਾਲ ਸਰੀਰਾਂ ਦੇ। ਕੁਰਬਾਨੀਆਂ ਕੌਮ ਲਈ ਕਰਨੀਆਂ ਸੁਖਾਲੀਆਂ ਨਹੀਂ ਗੁਰੂ ਕੇ ਸਿੱਖੋ, ਬੜੀਆਂ ਔਖੀਆਂ ਨੇ। ਵਕਤ ਸਮੇਂ ਦੇ ਪਤਾ ਲੱਗਦਾ ਕਿ ਬਣਦਾ ਕੀ ਹੈ। ਗੁਰੂ ਮਹਾਰਾਜ ਕਿਰਪਾ ਕਰ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪਿੰਜਰੇ ਚੋਂ ਕੱਢਿਆ ਵੀ 3 ਸਿੰਘ ਸ਼ਹੀਦ ਕਰ ਦਿੱਤੇ। ਹੁਣ ਤੁਸੀਂ ਮੰਨ ਜਾਓ, ਕਰਾਮਾਤ ਦਿਖਾ ਦਿਓ ਜਾਂ ਦੀਨੇ ਇਸਲਾਮ ਕਬੂਲ ਕਰ। ਮਹਾਰਾਜ ਕਹਿੰਦੇ ਨਹੀਂ, ਔਰੰਗਜ਼ੇਬ ਜਾਂ ਇਹਨਾਂ ਦਾ ਖਹਿੜਾ ਛੱਡ ਦੋ ਜਿਹੜੇ ਪੁਕਾਰ ਲੈ ਕੇ ਆਏ ਹੋ ਜਿਨ੍ਹਾਂ ਦੀ ਤੁਸੀਂ। ਮਹਾਰਾਜ ਕਹਿੰਦੇ ਨਹੀਂ, ਅਸੀਂ ਤੈਨੂੰ ਹੱਕ ਨਹੀਂ ਦੇਵਾਂਗੇ ਕਿਸੇ ਦੇ ਧਰਮ ਨੂੰ ਤੂੰ ਖਤਮ ਕਰੇ। ਤੇ ਕਿਸੇ ਕੋਲ ਹੱਕ ਨਹੀਂ ਗੁਰੂ ਕੇ ਪਿਆਰਿਓ ਕਿ ਕਿਸੇ ਦੇ ਧਰਮ 'ਚ ਆਪਾਂ ਇੰਟਰਫੇਲ ਕਰੀਏ। ਯਾਦ ਰੱਖਣਾ, ਮੈਂ ਧਰਮਾਂ ਦੀ ਗੱਲ ਕਰਦਾ, ਅੱਜ ਦੇ ਖੌਤੀ ਚਲਾਏ ਧਰਮਾਂ ਦੀ ਨਹੀਂ ਗੱਲ ਕਰਦਾ। ਗੁਰੂ ਮਹਾਰਾਜ ਦੇ ਆਸ਼ੇ ਅਨੁਸਾਰ ਹਿੰਦੂ ਮੁਸਲਮ ਹਿੰਦੂ ਸਿੱਖ ਤੇ ਈਸਾਈ 4 ਧਰਮ ਆ ਜਿੱਥੇ ਤੱਕ ਦਾਸ ਨੇ ਪੜ੍ਹਿਆ। ਹੁਣ ਤਾਂ ਇੱਟ ਚੁੱਕੀ ਦਾ ਧਰਮ ਕੱਢ ਲੈਂਦਾ ਕੋਈ ਨਾ ਕੋਈ, ਅੱਗੇ ਬਹੁਤ ਪੈਦਾ ਹੋਣੇ ਆ, ਪਰ ਵਿਚਾਰੇ ਛੇਤੀ ਉਹ ਸੁਨਿਆਰੀਆ ਜੇਲ੍ਹ 'ਚ ਜਾ ਵੜਦੇ ਆ। ਧਰਮੀ ਆਖੋ ਸਾਧਨਾ ਵਾਹਿਗੁਰੂ ਜੀ। ਆਪਣੇ ਆਪਣੇ ਪਖੰਡ ਦੇ ਧਰਮ ਬਣਾਈ ਫਿਰਦੇ ਆ। ਗੁਰੂ ਕੇ ਪਿਆਰਿਓ ਮਹਾਰਾਜ ਕਿਰਪਾ ਕਰਨੀ। ਗੁਰੂ ਕੀ ਸੰਗਤ ਜੀ ਧਿਆਨ ਦਿਓ, ਗੁਰੂ ਕੇ ਸਿੱਖੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੈਯਦ ਜਲਾਲੂਦੀਨ ਜਲਾਲ ਸੱਦਿਆ ਗਿਆ। ਮਹਾਰਾਜ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ। ਉਦੋਂ ਪਾਤਸ਼ਾਹ ਜੀ ਨੇ ਪਹਿਲਾਂ ਇਹ ਪਾਵਨ ਸ਼ਲੋਕ ਜਿਹੜੇ ਆ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੇ। ਉੱਥੇ ਵਿਦਵਾਨਾਂ ਨੇ ਲਿਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ। ਕੁਝ ਕੁ ਬਾਣੀ ਮਹਾਰਾਜ ਦੀ ਜਿਹੜੀ ਗੁਰੂ ਕੀ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖੀ ਆ। ਮੈਂ ਉਹ ਵੀ ਬੇਨਤੀ ਕਰਦੇ ਆ। ਭਾਈ ਗਿਆਨ ਸਿੰਘ ਜੀ, ਕਾਹਨ ਸਿੰਘ ਜੀ ਨਾਭਾ, ਜਦੋਂ ਆਪਾਂ ਹਜੂਰ ਸਾਹਿਬ ਨੂੰ ਜਾਂਦੇ ਆ ਨਾ, ਬਹਿਰਾਨਪੁਰ ਰਸਤੇ 'ਚ ਪੈਂਦਾ, ਉੱਥੇ ਪ੍ਰਾਤਨ ਬੇੜ ਪਈ ਆ, ਹੱਥ ਲਿਖਤ। ਉਹਦੇ ਵਿੱਚ ਸੰਗਤ ਜੀ 775 ਦੇ ਕਰੀਬ, ਮੈਨੂੰ ਉਮੀਦ ਆ ਨਾ ਭੁੱਲਾਂ ਵੀ ਅੰਗ ਨੇ, ਵੱਡੀ ਬਹੁਤ ਆ। ਉਹਦੇ 'ਚ ਇੱਕ ਓੰਕਾਰ ਤੋਂ 18-20 ਤੱਕ ਰਾਗਮਾਲਾ ਦਰਜ ਆ। ਉਸ ਬੀੜ 'ਚ ਵੀ ਸੁਣਿਓ, ਮੈਂ ਕਹਿਣਾ ਕੀ ਚਾਹੁੰਦਾ, ਲਿਖਿਆ ਪਾਤਸ਼ਾਹੀ 10ਵੀਂ
ਜਿੱਥੇ ਮਹਾਰਾਜ ਦੇ ਆ ਸ਼ਲੋਕ ਆਉਂਦੇ ਆ। ਮੈਂ ਤਾਂ ਹੀ ਇੱਥੇ ਮਹਾਰਾਜ ਦੀ ਕਿਰਪਾ ਨਾਲ ਵਿਚਾਰ ਰੋਕ ਲਈ ਸੀ ਵੀ ਸਵੇਰੇ ਸਵੇਰੇ ਘੰਟਾ ਕੁ ਹੁੰਦਾ, ਸੰਗਤ ਨੇ ਜਾਣਾ ਹੁੰਦਾ। ਸੰਗਤ ਜੀ, ਪ੍ਰਾਤਨ ਬੀੜਾਂ 'ਚ ਪਾਤਸ਼ਾਹੀ 10ਵੀਂ ਲਿਖਿਆ ਹੋਇਆ, ਪਰ ਸ਼੍ਰੋਮਣੀ ਕਮੇਟੀ ਜਦੋਂ ਹੋਂਦ ਆਈ ਆ, ਹੁਣੇ ਥੋੜਾ ਜਿਹਾ ਟਾਈਮ ਹੋਇਆ, ਇਹਨਾਂ ਨੇ ਗੁਰੂ ਮਹਾਰਾਜ ਦਾ ਪਾਤਸ਼ਾਹੀ 10ਵੀਂ ਵਿੱਚੋਂ ਕੱਢ ਦਿੱਤਾ। ਪ੍ਰਾਤਨ ਬੀੜਾਂ 'ਚ ਹੁਣ ਵੀ ਲਿਖਿਆ, ਹੁਣ ਵੀ ਲਿਖਿਆ ਜੀ, ਤੁਸੀਂ ਪੜ੍ਹ ਜਾਓ ਹਜੂਰ ਸਾਹਿਬ ਨੂੰ, ਬਹਿਰਾਨਪੁਰ ਬੀੜ ਤੇ ਦਰਸ਼ਨ ਕਰੋ, ਲਿਖਤ ਪਈ ਆ। ਭਾਈ ਗਿਆਨ ਸਿੰਘ, ਭਾਈ ਕਾਨ ਸਿੰਘ ਨਾਭਾ ਲਿਖਦਾ, ਮੈਂ ਕਿਹਦੇ ਨਾਂ ਲਵਾਂ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਇਹ ਜਿਹੜੇ ਬਲ ਚੁੱਟ ਕੇ ਉਹ ਬੰਧਨ ਭਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਇਹ ਸੰਪੂਰਨ ਬਾਣੀ ਆਪਾਂ ਸਾਰੇ ਜਾਣਦੇ ਆ। ਦਮਦਮਾ ਸਾਹਿਬ, ਇਹ ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਨਾ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆ। ਮਹਾਰਾਜ ਨੇ ਆਪਣੇ ਮੁਖ ਤੋਂ ਭਾਈ ਮਣੀ ਸਿੰਘ ਨੂੰ ਲਿਖਾਈ, ਬਾਬਾ ਦੀਪ ਸਿੰਘ ਜੀ ਕਰਮਾ ਲੈ ਕੇ ਆਉਂਦੇ ਸਾਰੀ ਬਾਣੀ। ਉਦੋਂ ਮਹਾਰਾਜ ਜੀ ਨੇ ਇਹ ਫਿਰ ਦੋਹਰੇ, ਜਿਹੜੇ ਵਾਹਿਗੁਰੂ ਖਿਮਾ ਕਰ, ਦੋਹਰਾ ਲਿਖ ਕੇ ਸ਼ਲੋਕ ਦਰਜ ਕੀਤੇ ਸੀ ਮਹਾਰਾਜ ਜੀ। ਸੋ ਆਓ ਗੁਰੂ ਕੀ ਸੰਗਤ ਜੀ, ਸਮਾਂ ਜ਼ਿਆਦਾ ਨਾ ਜਾਣ ਦਈਏ ਗੁਰੂ ਕੇ ਪਿਆਰਿਓ, ਕਿਉਂਕਿ ਬੱਚਿਆਂ ਨੂੰ ਸਨਮਾਨਿਤ ਕਰਨਾ, ਨਾਮ ਦੇਣੇ ਆ, ਉਹ ਵੀ ਕਾਫੀ ਚਿਰ ਦੇ ਬੱਚੇ ਬਾਹਰ ਬੈਠੇ ਆ। बाबा गुरुदा जी, बाबा आनी जी, बाबा टालराय, बाबा टाल जी, बाबा सूरज माता जी, श्री गुरु तेग बहादुर साहब जी, एक बीबी पुत्री बीबी हो जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਰਵਿਦਾਸ ਜੀ, ਭਗਤ ਭੀਖਣ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਸਪਦਨਾ ਜੀ, ਭਗਤ ਸੂਰਦਾਸ ਜੀ, ਭਗਤ ਜੈਦੇਵ ਜੀ, ਇੱਕ ਰਹਿ ਗਏ ਭਗਤ ਸੈਣ ਜੀ। 10। ਗੁਰੂ ਮਹਾਰਾਜ ਕਿਰਪਾ ਕਰਨ ਤੇ ਇਹ ਬੱਚੇ ਨੂੰ ਹਾਂਜੀ ਤੂੰ ਹੀ ਦਾ ਜਗਾਰਾ ਸੰਗਤ ਬਣਾਉਂਦੀ ਬੋਲੇ ਸੋ ਨਿਹਾਲ। ਧੰਨ ਸਿੰਘ ਜੀ, ਪਿਆਰੇ ਮਨ ਸਿੰਘ ਜੀ, ਪਿਆਰੇ ਮੋਹਨ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਹੋਰ ਕੀ ਲਿਖਿਆ ਸੀ ਚਾਰ ਤਾਂ ਹਾਂ ਸ਼੍ਰੀ ਨਨਕਾਣਾ ਸਾਹਿਬ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ, ਸ਼੍ਰੀ ਤਰਨਤਾਰਨ ਸਾਹਿਬ ਜੀ, ਸ਼੍ਰੀ ਮੁਕਤਸਰ ਸਾਹਿਬ। ਔਰ ਬਾਤ ਤੇ ਸ਼ਾਬਾਸ਼ ਤੇ ਸਰ ਹੋਰ ਕੀ ਲਿਖਿਆ ਸੀ ਕਾਫੀ ਸੀ। ਅੱਛਾ ਪੰਜ ਤੱਕ ਦਾ ਬਣੇ ਜਿਵੇਂ ਰਖਾਇਆ ਤੁਸੀਂ ਉਹੀ ਕਰਤਾ। ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ, ਤਖਤ ਸ਼੍ਰੀ ਹਰਿਮੰਦਰ ਸਾਹਿਬ ਜੀ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ, ਤਖਤ ਸ਼੍ਰੀ ਦਮਦਮਾ ਸਾਹਿਬ ਜੀ, ਤਖਤ ਸੱਚਖੰਡ ਸ਼੍ਰੀ ਅਨੰਦਪੁਰ ਸਾਹਿਬ ਜੀ। ਵੈਰੀ ਗੁੱਡ। ਜਿਹੜਾ ਹਰਮੰਦਰ ਸਾਹਿਬ ਦੀ ਕਿਹਾ ਨੇ ਉਹ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਆ ਤਾਂ ਉਹ ਛੋਟਾ ਜਿਹਾ ਛੋੜ ਕਰਕੇ ਬੱਚੇ ਛੋਟੇ ਆ ਇਸ ਕਰਕੇ ਥੋੜੀ ਸੰਗਤੀ ਉਹਦਾ ਉੱਥੇ ਲਿਖਿਆ ਤੁਸੀਂ ਪਟਨਾ ਸਾਹਿਬ ਜਾਓ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ। ਵੱਡੇ ਬੱਚੇ ਨੂੰ ਵਿੱਚ ਚੇਤੇ ਕਰਾਇਆ, ਛੋਟਿਆਂ ਨੂੰ ਥੋੜਾ ਕਰਾਇਆ। 10 ਗੁਰਾਂ ਨਾਲ ਮੋਦੀ ਪੜ੍ਹੋ। ਪਹਿਲੀ ਭਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ, ਦੂਸਰੀ ਭਾਸ਼ਾ ਸ਼੍ਰੀ ਗੁਰੂ ਅੰਗਦ ਦੇਵ ਜੀ, ਦੂਜੇ ਬੱਚੇ ਲਿਆਓ ਪੇਪਰ ਜਿਹੜੇ ਤੀਸਰੀ ਭਾਸ਼ਾ ਸ਼੍ਰੀ ਗੁਰੂ ਅਮਰਦਾਸ ਜੀ, ਚੌਥੀ ਭਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਭਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ, ਛੇਵੀਂ ਭਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੀਂ ਭਾਸ਼ਾ ਸ਼੍ਰੀ ਗੁਰੂ ਹਰਿਰਾਏ ਜੀ, ਅੱਠਵੀਂ ਭਾਸ਼ਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਨੌਵੀਂ ਭਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ, 10ਵੀਂ ਭਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, 10ਵਾਂ ਭਾਸ਼ਾ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹ ਵਾਹ ਬੋਲੇ ਸੋ ਨਿਹਾਲ। ਸ਼੍ਰੀ ਗੁਰੂ ਅੰਗਦ ਜੀ ਦਾ ਪ੍ਰਕਾਸ਼ ਕਿੱਥੇ ਹੋਇਆ? ਮਤੇ ਲੰਕੇ ਦੀ ਤਰ੍ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਵਾਹ ਜੀ। ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਇਤਿਹਾਸ ਬੋਲੀ ਕਦੋਂ ਤਿਆਰ ਕੀਤੀ ਸੀ? ਸਨ 1564 ਈਸਵੀ। ਵੈਰੀ ਗੁੱਡ। ਕਦੋਂ ਤੇ ਕਿੰਨੀ ਉਮਰ ਜੋ ਸਮਾਂ ਹੈ? 1552 ਈਸਵੀ ਨੂੰ 48 ਸਾਲ ਦੀ ਉਮਰ ਵਿੱਚ ਜੋਤ ਸਮਾਈ। ਵੈਰੀ ਗੁੱਡ, ਸ਼ਾਬਾਸ਼। ਹਾਂਜੀ ਮੈਂ ਕਹਦਾ ਸਵਾਲ ਤੋਂ ਬੋਲ ਕਰਕੇ ਤੁਹਾਨੂੰ ਬਣਾਈਏ ਫਿਰ ਹਨਾ। ਗੁਰੂ ਹਰਿਰਾਏ ਸਾਹਿਬ ਜੀ ਦਾ ਵਿਆਹ ਕਿੰਨੀ ਉਮਰ ਚ ਹੋਇਆ? ਵਾਹਿਗੁਰੂ ਕੀ ਮੰਗਣਾ ਗੁਰੂ ਹਰਿਰਾਏ ਸਾਹਿਬ ਜੀ ਦਾ ਵਿਆਹ ਕਦੋਂ ਹੋਇਆ? 1640 ਈਸਵੀ।
ਹਾਂਜੀ ਬਿਲਕੁਲ ਠੀਕ ਆ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚੋਂ ਹੁਕਮਨਾਮਾ ਸਾਹਿਬ ਵੀ ਲਏ ਗਏ। ਅਸੀਂ ਭਗਵਤੇ ਯੁਗੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੇ ਸਮਰਗਾ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸਾਂ ਵਿਸਾਏ। ਅਰਜਨਾ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਤੇ ਆਈ ਜਿਸ ਰਿਠੇ ਸਭ ਪਜਾਏ ਤੇ ਬਹਾਦਰ ਸੰਗਿਆ। ਘਰ ਨਾਨਕ ਦਿਆ ਮੈਂ ਧਾਰੇ ਸਭ ਥਾਈ ਹੋਏ ਸਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਤੇ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਵਾਹਿਗੁਰੂ ਜੀ। ਪੰਜਾਂ ਪਿਆਰਿਆਂ 54 ਸਾਹਿਬਜ਼ਾਦਿਆਂ 40 ਉੱਤੇ ਆ ਗਈਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇ ਵਾਹੀ ਦੇ ਸੁਣ ਕੇ ਅੰਗਿਰ ਕੀਤਾ। ਤਿਨਾਂ ਪਿਆਰਿਆਂ ਸੱਚਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਵਾਹਿਗੁਰੂ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤੁਹਾਡੇ ਸਿੰਘ ਤੇ ਬੰਧਨ ਮੁਟਾਏ ਕੋਟੀਆਂ ਲਾਈਆਂ। ਚੱਕੜੀਆਂ ਤੇ ਚੜੇ ਆਏ ਮੈਂ ਪੰਚਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੁਹਾਡੀਆਂ ਆਇਆ। ਸਿੱਧੀ ਕੇਸਾਂ ਸਵਾਸਾਂ ਸਾਡੀ ਵਾਇਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਵਾਹਿਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਪਿਆਰਾ। चितानंद का सबका सब सुख भय राजा वंशा जी सब का आचार्य देते फतेह गढ़ की पैर पंथ की जी श्री साई जी सारे खालसा जी के गुर बाले खालसा जी बला सिखान सिखीदान केतन राजदान कबीरदान विसारदान प्रसादान धर्म सदा नामदान। श्री अम्बेडकर साहब जी के दसवें स्नान चौकियां झंडे डुबे जुगे डुबे पावा धर्म का सदा जाए कर खालसा जी बला सिखां दा मंनना मत ची मत पादे रखे प्रकार वाहिगुरू अपने पंजे सदा सर्व कर दियो। श्री ननकाना साहिब और कई गुरुद्वारे गुरधामां को पंथ नूं छोड़िया। तिन्हां दे बड़े दर्शन दीदार सेवा संभाल दान दे खालसा जी बख्शो माया दे मान निताणियां दे तार लोकां दियो ने आसरे दे आसरे ऐसे दीन दयाल सतगुरु धन धन श्री गुरु ग्रंथ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਦਾ ਸਭਾਸ ਬੇਨਤੀ ਗੁਜ਼ਰੀ ਹੈ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਆਪ ਜੀ ਦੇ ਮੁਬਾਰਕ ਚਰਨਾਂ ਛੋਹ ਪਾਵਨ ਪਵਿੱਤਰ ਸਥਾਨਾਂ ਤੇ ਗੁਰਬਾਣੀ ਦੇ ਮਹਾਂਵਾਕਾਂ ਅਨੁਸਾਰ ਸਤਿਗੁਰੂ ਕਬੀਰ ਮਰਤਾ ਮਰਤਾ ਜਗ ਹੁਆ ਮਰ ਭੇ ਨਾ ਜਾਣੈ ਕੋਇ ਐਸੀ ਮਰਨੀ ਜੋ ਮਰ ਨਾ ਮਰਨਾ ਹੋਏ ਕਿਆ ਜਾਣਾ ਕਿਨ ਮਰਨਗੇ कैसा मरना होए जेकर साहेब मरना विसर कर सहना मरना होए ते महाभारत अनुसार। तेग बहादुर के चरित भयो जगत का शोक है सब जग भयो जय 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 स्वरूप दे महाभारत अनुसार। धन धन सतगुरु श्री गुरु तेग बहादुर महाराज जीओ आप जी दे शहीदी दिहाड़िਆਂ ਨੂੰ ਮਨਾਉਂਦਿਆਂ ਹੋਇਆਂ ਸਮੂਹ ਇਲਾਕਾ ਨਿਵਾਸੀ ਸੰਤਾਂ ਵੱਲੋਂ ਪਰਸੋਂ ਹੋਈ ਤੋਂ ਆਪ ਜੀ ਦੇ ਦਰ ਤੇ ਧੁੱਕੀ ਬਾਣੀ ਆਈ ਤੇ ਸਭਨੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਸਤਿਗੁਰੂ ਜੀਓ ਆਪ ਜੀ ਦੀ ਮਾਨ ਕਿਰਪਾ ਹੋਇਆ ਦੇ ਵਿਗਨਤਾ ਸਾਹਿਬ ਤੋਂ ਸੰਪੂਰਨ ਤਾਈਆਂ ਹੋਈਆਂ ਨੇ 6 ਪੌੜੀਆਂ ਸਾਹਿਬ ਜੀ ਦਾ ਜਾਪ ਹੋਇਆ। ਸਤਿਗੁਰੂ ਜੀਓ ਤਤਗੁਰੂ ਰੋਜ਼ ਪਾਠੀ ਸਿੰਘਾਂ ਪਾਸੋਂ ਗੁਰਬਾਣੀ ਪਾਠ ਦੀ ਸੇਵਾ ਨਿਭਾਉਂਦਿਆਂ ਤੋਂ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਕੀਰਤਨ ਕਰਦਿਆਂ ਸੇਵਾ ਬਖਸ਼ ਸਿੰਘਾਂ ਪਾਸੋਂ ਨਗਰਾਂ ਦੀਆਂ ਗੁਰਦੁਆਰਿਆਂ ਦੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਗੁਰਮੁਖ ਅਨੁਸਾਰ ਆਪਣੀਆਂ ਸੇਵਾਵਾਂ ਆਪ ਕਰਵਾ ਲੈਣੀਆਂ। ਕਦੀ ਸੁਣੀ ਬਾਣੀ ਦਾ ਮਹੱਤਵ ਕਰਵਾਏ ਸਾਧ ਸੰਗਤ ਦੇ ਕਈ ਜਿਨ੍ਹਾਂ ਦੇ ਜਨਮ ਪ੍ਰੇਰ ਕਰਨੀਆਂ ਸਭਨਾਂ ਦੀਆਂ ਸੁਭਨਾਂ ਭਾਵਨਾਵਾਂ ਗੁਰਮੁਖ ਅਨੁਸਾਰ ਪੂਰੀਆਂ ਕਰਨੀਆਂ। ਬਾਣੀਆਂ ਕਹਾਣੀਆਂ
ਅਨੁਸਾਰ ਸੰਗਤਾਂ ਪਾਸੋਂ ਆਪਣੀ ਗੁਰਬਾਣੀਆਂ ਸੇਵਾਵਾਂ ਇਸੇ ਤਰ੍ਹਾਂ ਰਲ ਕੇ ਸਤਿਗੁਰੂ ਜੀ ਕਰਵਾਉਂਦੇ ਰਹਿਣਾ। ਹੈ ਸਮੇਂ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਆਪਣੇ ਕੀਤੇ ਨੇ ਅੰਗੀਕਾਰ ਕਰਨੇ ਕੀਤੀ ਸੇਵਾ ਤਾਈ ਪਾਉਣੀ ਰੂਪ ਪ੍ਰਯੋਗ ਕਰਦੇ ਕਿਤੇ ਆਪ ਜੀ ਦੀ ਹਜ਼ੂਰੀ ਅੰਦਰ ਧਿਆਨ ਰੱਖਣਾ ਪ੍ਰਸ਼ਾਦ ਦੀਆਂ ਦੇਵਾਂ ਨੇ ਕਿਰਪਾ ਕਰੋ ਭੋਲਾ ਨੂੰ ਭੁੱਲ ਗਿਆ ਪ੍ਰਸਾਦ ਸੰਗਤ ਦੀ ਜਵਾਬ ਕਰਨ ਦੀ ਆਗਿਆ ਬਖਸ਼ੋ ਦੋ ਸਕੇ ਆਪ ਜੀ ਦਾ ਨਾਮ ਸਤਿਨਾਮ ਵਾਹਿਗੁਰੂ ਜੀ ਦੇ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਸੀਤਾ ਰਤ ਵਰਤੀ ਹੈ ਸਰੂਪ ਜਾਣੇ ਭਰਪੂਰ ਕਰਨੀ ਸਤਿਗੁਰੂ ਜੀਓ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਊਰਜਾ ਗੁਰਮਤਿ ਸਮਾਗਮ ਦਾ ਰੰਗ ਸੰਗ ਸਤਿਗੁਰੂ ਜੀਓ ਸਮਾਗਮਾਂ ਦੇ ਅੱਜ ਸਤਿਗੁਰੂ ਜੀਓ ਆਖਰੀ ਸਤਿਗੁਰੂ ਦੀ ਬਾਣੀਆਂ ਕਿਰਪਾ ਕਰੋ ਸੰਸਾਰ ਦੇ ਵਿਭਿੰਨ ਪਾਸਾਂ ਸੰਪੂਰਨ ਕਾਰਿਆਂ ਕਰਵਾ ਲਈਆਂ ਸਤਿਗੁਰੂ ਜੀ ਸੰਗਤਾਂ ਨੂੰ ਇਸੇ ਤਰ੍ਹਾਂ ਕਰਨਾ ਜੋਗੇ ਰੱਖਣਾ ਸਭਨਾਂ ਦੀਆਂ ਸੁਖਮਨ ਭਾਵਨਾਵਾਂ ਗੋਬਿੰਦ ਅਨੁਸਾਰ ਪੂਰੀਆਂ ਕਰਨੀਆਂ ਆਈਆਂ ਸੰਗਤਾਂ ਦੀਆਂ ਤਿਲਪੁਰ ਵਿਭਾਗਾਂ ਹਾਜ਼ਰੀਆਂ ਗੱਲ ਪ੍ਰਵਾਨ ਕਰ ਲੈਣੀਆਂ ਚੱਲਿਆ ਹੋਇਆ ਕਦਮ ਪੱਲੇ ਕੇ ਲਾਉਣਾ ਮੇਰ ਕਰੋ ਇਲਾਹੀ ਹੁਕਮ ਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਦੇਵ ਅਸੀਸਾਂ ਪ੍ਰਾਪਤਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸਭ ਹੋਵੇ ਨਾਮ ਚਿੰਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਇਆ ਗਿਆ ਭਈ ਅਕਾਲ ਕੀ ਸਤਿ ਗੁਰੂ ਗੋਬਿੰਦ ਗੁਰੂ ਨਾਨਕ ਗੁਰੂ ਜੀ ਮੰਨਿਆ ਕੀ ਦੇ ਜੋ ਪ੍ਰਭੂ ਕੋ ਮਿਲੇ ਉਚਾਰੇ ਸ਼ਬਦ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਪੁੰਨੀਆਂ ਸ਼ਖਸੀਅਤਾਂ ਅਤੇ ਗੁਰਬਾਣੀ ਸੰਥਿਆ ਮੁਕਾਬਲਿਆਂ ਵਿੱਚ ਅੱਵਲ ਰਹੇ ਬੱਚਿਆਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨ ਵੀ ਕੀਤਾ ਗਿਆ। ਸਨਮਾਨ ਸਮੇਂ ਪ੍ਰਧਾਨ ਸਵਰਨ ਸਿੰਘ ਧੌਲਾ, ਮੈਨੇਜਰ ਸਰਦਾਰ ਗੁਲਜ਼ਾਰ ਸਿੰਘ ਕਾਲੇਕੇ, ਅਹੁਦੇਦਾਰ ਸ਼ਮਸ਼ੇਰ ਸਿੰਘ ਮੱਖਣ, ਕੌਰ ਸਿੰਘ ਮਹਿਤਾ, ਠਾਕੁਰ ਸਿੰਘ, ਜੁਗਰਾਜ ਸਿੰਘ, ਗ੍ਰੰਥੀ ਸਰਦਾਰ ਜਗਵੀਰ ਸਿੰਘ, ਸਰਦਾਰ ਗੁਰਜੀਤ ਸਿੰਘ ਖੁੱਡੀ ਕਲਾਂ, ਜਰਨੈਲ ਸਿੰਘ, ਭੋਲਾ ਸਿੰਘ ਗੁਰੂ, ਨਿਰਮਲ ਸਿੰਘ ਗੁਰੂ ਕਾਨਗੋ ਸਮੇਤ ਅਨੇਕਾਂ ਸ਼ਖਸੀਅਤਾਂ ਪੁੱਜੀਆਂ। ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
ਅੱਜ ਦਾਸਰੇ ਮਹਾਰਾਜ ਦੀ ਕਿਰਪਾ ਦੇ ਨਾਲ ਗੁਰਦੁਆਰਾ ਸੋਹੀਆਣਾ ਸਾਹਿਬ ਪਿੰਡ ਧੌਲਾ ਕੁੱਡੀ ਗੁਰਦ ਔਰ ਸਾਧ ਸੰਗਤ ਜੀ ਇੱਥੇ ਪਹੁੰਚੇ ਆ। 9ਵੇਂ ਪਾਤਸ਼ਾਹ ਦਾ ਪਵਿੱਤਰ ਪਾਤਸ਼ਾਹ ਦਾ ਇਹ ਇਤਿਹਾਸਕ ਸਥਾਨ ਆ। ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ 4 ਨਵੰਬਰ ਤੋਂ ਗੁਰੂ ਕੀ ਸੰਗਤ ਜੀ 2021 ਤੋਂ ਇੱਥੇ ਕੈਂਪ ਚੱਲਿਆ। ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਕੀ ਸੰਗਤ ਜੀ ਇੱਥੇ ਸਮਾਪਤੀ ਹੋਈ ਆ। ਗੁਰੂ ਕੇ ਪਿਆਰਿਓ, ਗੁਰੂ ਪਾਤਸ਼ਾਹ ਕਿਰਪਾ ਕਰਨ ਅੱਜ 8 ਨਵੰਬਰ 2021 ਆ। ਇੱਥੋਂ ਦੇ ਪ੍ਰਧਾਨ ਜੀ ਦਾਸ ਦੇ ਨਾਲ ਖੜੇ ਆ ਭਾਈ ਸਵਰਨ ਸਿੰਘ ਜੀ ਔਰ ਮੈਂਬਰ ਸਾਹਿਬਾਨ ਭਾਈ ਮੱਖਣ ਸਿੰਘ ਜੀ, ਮੈਨੇਜਰ ਸਾਹਿਬ ਇੱਥੇ ਦੇ ਗੁਰੂ ਕੇ ਪਿਆਰਿਓ, ਔਰ ਗੁਰੂ ਕੇ ਵਜ਼ੀਰ ਭਾਈ ਸਾਹਿਬ ਗ੍ਰੰਥੀ ਸਿੰਘ ਜੀ। ਗੁਰੂ ਕੀ ਸੰਗਤ ਜੀ ਸਮੂਹ ਸੰਗਤਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਇੱਥੇ ਨਾਲ ਰੱਖਿਆ ਗਿਆ ਸੀ। ਨਾਲ ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲੱਗੀਆਂ। ਤੁਸੀਂ ਅੱਗੇ ਵੇਖਦੇ ਹੋ ਵੀ ਮੇਨ ਮਿਸ਼ਨ ਸਾਡਾ ਬੱਚੇ ਪੜ੍ਹਾਉਣਾ ਹੈ। ਬਹੁਤ ਬੱਚਿਆਂ ਨੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਸੰਥਿਆ ਕੀਤੀ, ਗੁਰਮਤਿ ਦੀ ਪੜ੍ਹਾਈ ਹਾਸਲ ਕੀਤੀ ਔਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਭੋਗ ਦੇ ਸ਼ਲੋਕਾਂ ਦੀ ਕਥਾ ਹੋਈ ਹੈ ਔਰ ਗੁਰ ਇਤਿਹਾਸ ਦੀ ਕਥਾ। ਇਹ ਸਾਰੀ ਸਮੁੱਚੀ ਸੇਵਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਕੀ ਸੰਗਤ ਜੀ ਇੱਥੇ ਨਿਭਾਈ ਗਈ ਆ। ਦਾਸ ਵੱਲੋਂ ਇੱਥੋਂ ਦੀ ਪ੍ਰਬੰਧਕ ਕਮੇਟੀ, ਮੈਨੇਜਰ ਸਾਹਿਬਾਨ, ਗੁਰੂ ਕੇ ਵਜ਼ੀਰ ਭਾਈ ਸਾਹਿਬ ਗ੍ਰੰਥੀ ਸਿੰਘ ਜੀ ਦਾ, ਸਮੂਹ ਨਗਰ ਨਿਵਾਸੀ ਸੰਗਤਾਂ ਦਾ ਔਰ ਇੱਥੋਂ ਦੇ ਪੱਤਰਕਾਰ ਭਾਈ ਗੁਰਜੀਤ ਸਿੰਘ ਜੀ ਗੁੱਡੀ, ਗੁਰਮੁਖ ਪਿਆਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨਾਂ ਦਾ ਨਾਲ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਅਗਲਾ ਕੈਂਪ ਗੁਰੂ ਕੀ ਸੰਗਤ ਜੀ ਮਹਾਰਾਜ ਦੀ ਕਿਰਪਾ ਨਾਲ ਕੁੱਡੀ ਕਲਾਂ ਹੈ, ਉਹ ਬਰਨਾਲੇ ਦੇ ਸ਼ਹਿਰ ਦੇ ਲਾਗੀ ਪੈਂਦਾ ਕੁੱਡੀ ਕਲਾਂ। ਉੱਥੇ ਅੱਜ 8 ਤਰੀਕ ਨੂੰ, ਅੱਜ ਭਾਵ 8 ਦਸੰਬਰ 2021 ਨੂੰ ਸ਼ੁਰੂ ਹੋਣਾ, 12 ਦਸੰਬਰ 2021 ਤੱਕ ਕੈਂਪ ਚੱਲਣਾ। ਅੱਗੇ ਤੁਹਾਨੂੰ ਪਤਾ ਕਿ ਸਭਾ ਦੇ ਦਿਹਾੜੇ ਆ ਰਹੇ ਆ, ਸ਼ਹੀਦੀ ਦਿਹਾੜੇ, ਔਰ ਉਹ ਕੈਂਪ ਸਾਡੇ ਸਾਧ ਸੰਗਤ ਜੀ ਮਾਛੋੜਾ ਸਾਹਿਬ ਇਲਾਕੇ 'ਚ ਹੁੰਦੇ ਆ ਔਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਲੰਗਰ ਵੀ ਹੁੰਦੇ ਆ। ਉਹ ਵੀ ਤਿਆਰੀਆਂ ਚੱਲ ਰਹੀਆਂ ਜੀ। ਗੁਰੂ ਮਹਾਰਾਜ ਕਿਰਪਾ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਜਿਨ੍ਹਾਂ ਨੇ ਆਪਣਾ ਸੀਸ ਦਾ ਬਲੀਦਾਨ ਚਾਂਦਨੀ ਚੌਕ ਦਿੱਲੀ ਵਿਖੇ ਹਿੰਦੂ ਧਰਮ ਦੀ ਹੋ ਰਹੇ ਜ਼ੁਲਮਾਂ ਤੇ ਰੱਖਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਐਸੀ ਦੁਨੀਆ ਤੇ ਮਿਸਾਲ ਪੈਦਾ ਕਰੀ। ਆਪਣੇ ਧਰਮ ਖਾਤਰ ਜਿੱਥੇ ਹਰ ਇੱਕ ਲੜਦਾ ਹੈ, ਉੱਥੇ ਦੂਸਰੇ ਧਰਮ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਮਨੁੱਖਤਾ ਲਈ ਐਸੀ ਮਿਸਾਲ ਪੈਦਾ ਕੀਤੀ। ਉਹਨਾਂ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੋਹੀਆਣਾ ਸਾਹਿਬ ਵਿਖੇ ਉਹਨਾਂ ਦੇ ਸ਼ਹੀਦੀ ਦਿਹਾੜਾ ਨੂੰ ਮੁੱਖ ਰੱਖਦਿਆਂ ਹੋਇਆਂ 4 ਦਸੰਬਰ ਤੋਂ 8 ਦਸੰਬਰ ਤੱਕ 4 ਦਿਨਾਂ ਦੇ ਮਹਾਨ ਗੁਰਮਤਿ ਸਮਾਗਮ, ਜਿਸ ਦੇ ਵਿੱਚ ਬੱਚਿਆਂ ਨੂੰ ਸੰਥਿਆ, ਗੁਰ ਇਤਿਹਾਸ ਤੋਂ ਜਾਣੂ ਕਰਾ ਕੇ ਭਾਈ ਜਸਪਾਲ ਸਿੰਘ ਜੀ ਪਵਾਤ ਦਮਨੀ ਟਕਸਾਲ ਜਥਾ ਵੱਲੋਂ 4 ਦਿਨਾਂ ਦਾ ਕੈਂਪ ਲਵਾ ਕੇ ਗੁਰੂ ਤੇਗ ਬਹਾਦਰ ਜੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਯਾਦ ਕੀਤਾ। ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਨਮਸਤਕ ਹੁੰਦਿਆਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਸਮੁੱਚੀ ਮਨੁੱਖਤਾ ਲਈ ਆਪਣਾ ਬਲੀਦਾਨ ਦਿੱਤਾ। ਸੋ ਸਮੁੱਚੀਆਂ ਸੰਗਤਾਂ ਦਾ ਸਾਜ ਰਹੇ ਸਮਾਗਮਾਂ 'ਚ ਹਾਜ਼ਰੀਆਂ ਭਰਨ ਤੇ ਵਿਸ਼ੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪ੍ਰਧਾਨ ਗੁਰਦੁਆਰਾ ਸੋਹੀਆਣਾ ਸਾਹਿਬ ਸਵਰਨ ਸਿੰਘ ਵੱਲੋਂ ਸਮੂਹ ਸੰਗਤ ਦਾ ਜੋ ਸੰਗਤ ਨੇ ਹਾਜ਼ਰੀ ਲਵਾਈ ਹੈ ਸਮਾਗਮ ਵਿੱਚ ਸਹਿਯੋਗ ਦਿੱਤਾ, ਉਹਨਾਂ ਵੱਲੋਂ ਧੰਨਵਾਦ ਕਰਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ 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 ਜੀ। ਸਤਨਾਮ ਜੀ। ਵਾਹਿਗੁਰੂ ਜੀ। ਸਤਨਾਮ ਜੀ। ਵਾਹਿਗੁਰੂ ਜੀ। ਸਤਨਾਮ ਜੀ। ਵਾਹਿਗੁਰੂ
ਜੀ